ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਸਿਰ ਰਾਗ ਮਹੱਲਾ ਪੰਜਵਾਂ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਤਰ ਪਾਇਤਾ ਉਧਰੇ ਮਾਏ। ਦਸੀ ਮਾਸੀ ਮਾਨਸ ਕੀਆ ਵਣਜਾਰਿਆ ਮਿੱਤਰਾ, ਕਰ ਮੌਲਤ ਕਰਮ ਕਮਾਏ। ਮੌਲਤ ਕਰ ਦੀਨੀ ਕਰਮ ਕਮਾਣੇ, ਜੈਸਾ ਲਿਖਤ ਤੁਰ ਪਾਇਆ। ਮਾਤ ਪਿਤਾ ਭਾਈ ਸੁਤ ਬਿੰਤਾ, ਤਿਨ ਪੀਤਰ ਪ੍ਰਭੂ ਸੰਜਾਇਆ। ਕਰਮ ਸੁਕਰਮ ਕਰਾਏ ਆਪੇ, ਇਸ ਜੰਤੇ ਵਸ ਕੁਛ ਨਾਈ। ਕਉ ਨਾਨਕ ਪ੍ਰਾਣੀ ਪਹਿਲੇ ਪਹਿਰੇ, ਤਰ ਪਾਇਤਾ ਉਧਰੇ ਮਾਏ। ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਪਰ ਜਵਾਨੀ ਲਹਿਰੀ ਦੇ। ਬੁਰਾ ਭਲਾ ਨਾ ਪਛਾਣਈ ਵਣਜਾਰਿਆ ਮਿੱਤਰਾ, ਮਨ ਮੱਤਾ ਅਹਿਮੇ। ਬੁਰਾ ਭਲਾ ਨਾ ਪਛਾਣੇ ਪ੍ਰਾਣੀ, ਆਗੇ ਪੰਥ ਕਰਾਰਾ। ਪੂਰਾ ਸਤਿਗੁਰ ਕਬੂ ਨ ਸੇਵਿਆ, ਸਿਰ ਠਾਡੇ ਜਮ ਜੰਦਾਰਾ। ਧਰਮ ਰਾਏ ਜਬ ਪਰਕਸ ਬਵਰੇ, ਤਬ ਕਿਆ ਜਵਾਬ ਕਰੇ। ਕਉ ਨਾਨਕ ਦੂਜੇ ਪਹਿਰੇ ਪ੍ਰਾਣੀ, ਪਰ ਜੋਬਨ ਲਹਿਰੀ ਦੇ। ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਬਿਖ ਸੰਚੇ ਅੰਧ ਅਗਿਆਨ। ਪੁੱਤਰ ਕਲੱਤਰ ਮੋਹ ਲਿਪਟਿਆ ਵਣਜਾਰਿਆ ਮਿੱਤਰਾ, ਅੰਤਰ ਲਹਿਰ ਲੁਬਾਨ। ਅੰਤਰ ਲਹਿਰ ਲੁਬਾਨ ਪ੍ਰਾਨੀ, ਸੋ ਪ੍ਰਭ ਚਿੱਤ ਨ ਆਵੈ। ਸਤ ਸੰਗਤ ਸਿਉ ਸੰਗ ਨ ਕੀਆ, ਬਹੁ ਜੋਨੀ ਦੁਖ ਪਾਵੈ। ਸਿਰਜਣਹਾਰ ਵਿਸਾਰਿਆ ਸੁਆਮੀ, ਇਕ ਨਿਮਖ ਨ ਲੱਗੋ ਧਿਆਨ। ਕਉ ਨਾਨਕ ਪ੍ਰਾਣੀ ਤੀਜੇ ਪਹਿਰੇ, ਬਿਖ ਸੰਚੇ ਅੰਧ ਅਗਿਆਨ। ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਦਿਨ ਨੇੜੇ ਆਇਆ ਸੋਏ। ਗੁਰਮੁਖ ਨਾਮ ਸੰਭਾਲ ਤੂੰ ਵਣਜਾਰਿਆ ਮਿੱਤਰਾ, ਤੇਰਾ ਦਰਗੇ ਬੇਲੀ ਹੋਏ। ਗੁਰਮੁਖ ਨਾਮ ਸੰਭਾਲ ਪ੍ਰਾਣੀ, ਅੰਤੇ ਹੋਏ ਸਖਾਈ। ਏ ਮੋਹ ਮਾਇਆ ਤੇਰੇ ਸੰਗ ਨ ਚਾਲੇ, ਝੂਠੀ ਪ੍ਰੀਤ ਲਗਾਈ। ਸਗਲੀ ਰਹਿਣ ਗੁਦਰੀ ਅੰਧਿਆਰੀ, ਸੇਵ ਸਤਿਗੁਰ ਚਾਨਣ ਹੋਏ। ਕਉ ਨਾਨਕ ਪ੍ਰਾਣੀ ਪਹਿਲੇ ਚੌਥੇ ਪਹਿਰੇ, ਦਿਨ ਨੇੜੇ ਆਇਆ ਸੋਏ। ਲਿਖਿਆ ਆਇਆ ਗੋਬਿੰਦ ਕਾ ਵਣਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ। ਇਕ ਰਤੀ ਬਿਲਮ ਨ ਦੇਵਨੀ ਵਣਜਾਰਿਆ ਮਿੱਤਰਾ, 19 ਤਕੜੇ ਪਾਏ ਹਾਥ। ਲਿਖਿਆ ਆਇਆ ਪਕੜ ਚਲਾਇਆ, ਮਨਮੁਖ ਸਦਾ ਦੁਹੇਲੇ। ਜਿਨੀ ਪੂਰਾ ਸਤਿਗੁਰ ਸੇਵਿਆ, ਸੇ ਦਰਗੇ ਸਦਾ ਸੁਹੇਲੇ। ਕਰਮ ਧਰਤੀ ਸਰੀਰ ਜੁਗ ਅੰਤਰ, ਜੋ ਬੋਵੇ ਸੋ ਖਾਤ। ਕਉ ਨਾਨਕ ਭਗਤ ਸੋਏ ਦਰਬਾਰੇ, ਮਨਮੁਖ ਸਦਾ ਪਵਾਤ। ਕਰਮ ਧਰਤੀ ਸਰੀਰ ਜੁਗ ਅੰਤਰ, ਜੋ ਬੋਵੇ ਸੋ ਖਾਤ। ਕਉ ਨਾਨਕ ਭਗਤ ਸੋਏ ਦਰਬਾਰੇ, ਮਨਮੁਖ ਸਦਾ ਪਵਾਤ। ਗੁਰੂ ਜੀ ਕਹਿੰਦੇ ਹਨ ਕਿ ਹਰਨਾਮ ਦਾ ਵਣਜ ਕਰਨ ਆਏ ਹੇ ਜੀ ਮਿੱਤਰ। ਮਨੁੱਖਾ ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਿਰ ਪਰਮਾਤਮਾ ਦੇ ਪੇਟ ਵਿੱਚ ਜੀਵ ਨੂੰ ਸਥਿਤ ਕਰ ਦਿੰਦਾ ਹੈ ਅਤੇ ਫਿਰ ਹੇ ਵਣਜਾਰੇ ਮਿੱਤਰ, ਫਿਰ 10 ਮਹੀਨਿਆਂ ਵਿੱਚ ਪ੍ਰਭੂ ਮਨੁੱਖ ਦਾ ਸਰੀਰ ਸਿਰਜ ਦਿੰਦਾ ਹੈ। ਜੀਵਾਂ ਨੂੰ ਜ਼ਿੰਦਗੀ ਦਾ ਮੁਕਰਰ ਸਮਾਂ ਦਿੰਦਾ ਹੈ, ਜਿਸ ਵਿੱਚ ਜੀਵ ਚੰਗੇ ਮੰਦੇ ਕਰਮ ਕਮਾਉਂਦੇ ਹਨ। ਪਰਮਾਤਮਾ ਜੀਵ ਲਈ ਜ਼ਿੰਦਗੀ ਦਾ ਸਮਾਂ ਮੁਕਰਰ ਕਰ ਦਿੰਦਾ ਹੈ। ਪਿੱਛੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪ੍ਰਭੂ ਜੀਵ ਦੇ ਮੱਥੇ 'ਤੇ ਤੁਰੋਂ ਜਿਹੋ ਜਿਹਾ ਲੇਖ ਲਿਖ ਦਿੰਦਾ ਹੈ, ਉਹ ਉਹੋ ਜਿਹੇ ਕਰਮ ਕਮਾਉਂਦਾ ਹੈ। ਮਾਂ ਪਿਓ ਭਰਾ ਪੁੱਤਰ
ਇਸਤਰੀ ਆਦਿਕ ਇਹਨਾਂ ਸੰਬੰਧੀਆਂ ਵਿੱਚ ਪ੍ਰਭੂ ਜੀਵ ਨੂੰ ਰਚਾ ਮਚਾ ਦਿੰਦਾ ਹੈ, ਉਹਨਾਂ ਦਾ ਪਿਆਰ ਪਾ ਦਿੰਦਾ ਹੈ। ਇਸ ਜੀਵ ਦੇ ਇਖਤਿਆਰ ਵਿੱਚ ਕੁਝ ਨਹੀਂ। ਪਰਮਾਤਮਾ ਆਪ ਹੀ ਇਸ ਪਾਸੋਂ ਚੰਗੇ ਮੰਦੇ ਕਰਮ ਕਰਾਉਂਦਾ ਹੈ। ਨਾਨਕ ਆਖਦਾ ਹੈ ਕਿ ਜ਼ਿੰਦਗੀ ਦੇ ਰਾਤ ਦੇ ਪਹਿਲੇ ਪਹਿਰ ਪਰਮਾਤਮਾ ਪ੍ਰਾਣੀ ਨੂੰ ਮਾਂ ਦੇ ਪੇਟ ਵਿੱਚ ਸਥਿਤ ਕਰ ਦਿੰਦਾ ਹੈ। ਫਿਰ ਗੁਰੂ ਜੀ ਆਖਦੇ ਹਨ ਕਿ ਹਰ ਨਾਮ ਦਾ ਵੰਸ਼ ਕਰਨ ਆਏ ਹੇ ਜੀ ਮਿੱਤਰ, ਜ਼ਿੰਦਗੀ ਦੀ ਰਾਤ ਦੇ ਦੂਜੇ ਪਹਿਰ ਸਿਖਰ 'ਤੇ ਪਹੁੰਚੀ ਹੋਈ ਜਵਾਨੀ ਜੀਵ ਦੇ ਅੰਦਰ ਉਛਾਲੇ ਮਾਰਦੀ ਹੈ। ਹੇ ਵਣਜਾਰੇ ਮਿੱਤਰ, ਤਦੋਂ ਜੀਵ ਦਾ ਮਨ ਹਉਮੈ ਅਹੰਕਾਰ ਵਿੱਚ, ਵਿਕਾਰਾਂ ਵਿੱਚ ਮਸਤ ਰਹਿੰਦਾ ਹੈ ਅਤੇ ਉਹ ਚੰਗੇ ਮੰਦੇ ਕੰਮਾਂ ਦੀ ਪਹਿਚਾਣ ਕੀਤੇ ਬਿਨਾਂ ਉਸਨੂੰ ਭੋਗਦਾ ਹੈ। ਜਵਾਨੀ ਦੇ ਮੱਧ ਵਿੱਚ ਪ੍ਰਾਣੀ ਇਹ ਨਹੀਂ ਪਛਾਣਦਾ ਕਿ ਮੈਂ ਜੋ ਕੁਝ ਕਰ ਰਿਹਾ ਹਾਂ ਚੰਗਾ ਹੈ ਜਾਂ ਮੰਦਾ। ਉਹ ਵਿਕਾਰਾਂ ਦੇ ਵਿੱਚ ਪੈ ਜਾਂਦਾ ਹੈ ਅਤੇ ਉਸਨੂੰ ਫਿਰ ਅੱਗੇ ਕਰੜੇ ਮਾਰਗ ਉੱਤੇ ਚੱਲਣਾ ਪੈਂਦਾ ਹੈ। ਹਉਮੈ ਵਿੱਚ ਮਸਤ ਮਨੁੱਖ ਪੂਰੇ ਗੁਰੂ ਦੀ ਸ਼ਰਨ ਨਹੀਂ ਪੈਂਦਾ। ਇਸ ਵਾਸਤੇ ਉਸ ਦੇ ਸਿਰ ਉੱਤੇ ਜ਼ਾਲਮ ਜਮ ਆ ਖਲੋਂਦੇ ਹਨ। ਜਵਾਨੀ ਦੇ ਨਸ਼ੇ ਵਿੱਚ ਮਨੁੱਖ ਕਦੇ ਨਹੀਂ ਸੋਚਦਾ ਕਿ ਹਉਮੈ ਵਿੱਚ ਖੁੱਬੇ ਹੋ ਚੁੱਕੇ ਨੂੰ ਜਦੋਂ ਧਰਮ ਰਾਜ ਆ ਫੜੇਗਾ, ਤਦੋਂ ਆਪਣੀਆਂ ਮੰਦੀਆਂ ਕਰਤੂਤਾਂ ਬਾਰੇ ਉਸਨੂੰ ਕੀ ਜਵਾਬ ਦੇਵੇਗਾ। ਨਾਨਕ ਆਖਦਾ ਹੈ ਕਿ ਜ਼ਿੰਦਗੀ ਦੀ ਰਾਤ ਦੇ ਦੂਜੇ ਪਹਿਰ ਸਿਖਰ 'ਤੇ ਪਹੁੰਚਿਆ ਹੋਇਆ ਜੋਬਨ ਮਨੁੱਖ ਦੇ ਅੰਦਰ ਉਸਦੀ ਜਵਾਨੀ ਉਛਾਲੇ ਮਾਰਦੀ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹਰਨਾਮ ਦਾ ਵੰਸ਼ ਕਰਨ ਆਏ ਜੀ ਮਿੱਤਰ, ਜ਼ਿੰਦਗੀ ਦੇ ਰਾਤ ਦੇ ਤੀਜੇ ਪਹਿਰ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਤੇ ਗਿਆਨ ਤੋਂ ਸੱਖਣਾ ਮਨੁੱਖ ਆਤਮਿਕ ਜੀਵਨ ਨੂੰ ਮਾਰ ਮੁਕਾਉਣ ਵਾਲਾ ਧਨ ਰੂਪ ਜ਼ਹਿਰ ਇਕੱਠਾ ਕਰਦਾ ਰਹਿੰਦਾ ਹੈ। ਹੇ ਵਣਜਾਰੇ ਮਿੱਤਰ, ਤਦੋਂ ਮਨੁੱਖ ਮਾਇਆ ਦਾ ਲੋਭੀ ਹੋ ਜਾਂਦਾ ਹੈ। ਉਸ ਦੇ ਅੰਦਰ ਲੋਭ ਦੀਆਂ ਲਹਿਰਾਂ ਉੱਠਦੀਆਂ ਹਨ। ਮਨੁੱਖ ਪੁੱਤਰ ਦੇ ਮੋਹ ਵਿੱਚ, ਇਸਤਰੀ ਦੇ ਮੋਹ ਵਿੱਚ, ਮਾਇਆ ਦੇ ਮੋਹ ਵਿੱਚ, ਹੰਕਾਰ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ। ਪ੍ਰਾਣੀ ਦੇ ਅੰਦਰ ਲੋਭ ਦੀਆਂ ਲਹਿਰਾਂ ਉੱਠਦੀਆਂ ਹਨ। ਮਨੁੱਖ ਲੋਭੀ ਹੋਇਆ ਰਹਿੰਦਾ ਹੈ। ਉਹ ਪਰਮਾਤਮਾ ਕਦੇ ਇਸ ਦੇ ਚਿੱਤ ਵਿੱਚ ਨਹੀਂ ਆਉਂਦਾ। ਫਿਰ ਮਨੁੱਖ ਸਾਧ ਸੰਗਤ ਨਾਲ ਮੇਲ ਮਿਲਾਪ ਨਹੀਂ ਰੱਖਦਾ। ਆਖਰ ਕਈ ਜੂਨਾਂ ਵਿੱਚ ਭਟਕਦਾ ਦੁੱਖ ਸਹਾਰਦਾ ਹੈ। ਮਨੁੱਖ ਆਪਣੇ ਸਿਰਜਣਹਾਰ ਮਾਲਕ ਨੂੰ ਭੁਲਾ ਦਿੰਦਾ ਹੈ ਅਤੇ ਉਸ ਵਿੱਚ ਛਿਣ ਭਰ ਦੇ ਸਮੇਂ ਜਿਤਨਾ ਸਮਾਂ ਵੀ ਪਰਮਾਤਮਾ ਵਿੱਚ ਸੁਰਤ ਨਹੀਂ ਜੋੜਦਾ। ਨਾਨਕ ਆਖਦਾ ਹੈ ਕਿ ਜ਼ਿੰਦਗੀ ਦੇ ਰਾਤ ਦੇ ਤੀਜੇ ਪਹਿਰ ਅੰਨਾ ਗਿਆਨਹੀਨ ਮਨੁੱਖ ਆਤਮਿਕ ਮੌਤ ਲਿਆਉਣ ਵਾਲਾ ਧਨ ਰੂਪ ਜ਼ਹਿਰ ਵੀ ਇਕੱਠਾ ਕਰਦਾ ਰਹਿੰਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹਰਨਾਮ ਦਾ ਵੰਸ਼ ਕਰਨ ਆਏ ਹੇ ਜੀ ਮਿੱਤਰ, ਜ਼ਿੰਦਗੀ ਦੇ ਰਾਤ ਦੇ ਚੌਥੇ ਪਹਿਰ ਉਹ ਦਿਨ ਨੇੜੇ ਆ ਜਾਂਦਾ ਹੈ
ਜਦੋਂ ਇਸ ਸੰਸਾਰ ਨੂੰ ਛੱਡਣਾ ਪੈਂਦਾ ਹੈ। ਹੇ ਵਣਜਾਰੇ ਮਿੱਤਰ, ਪ੍ਰਭੂ ਦਾ ਨਾਮ ਹਿਰਦੇ ਵਿੱਚ ਵਸਾ। ਨਾਮ ਹੀ ਪ੍ਰਭੂ ਦੀ ਦਰਗਾਹ ਵਿੱਚ ਤੇਰਾ ਸਹਾਇਕ ਬਣੇਗਾ। ਹੇ ਪ੍ਰਾਣੀ, ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖ। ਨਾਮ ਹੀ ਅਖੀਰ ਸਮੇਂ ਸਾਥੀ ਬਣਦਾ ਹੈ। ਮਾਇਆ ਦਾ ਇਹ ਮੋਹ ਜਿਸ ਵਿੱਚ ਤੂੰ ਫਸਿਆ ਪਿਆ ਹੈ, ਤੇਰੇ ਨਾਲ ਨਹੀਂ ਜਾ ਸਕਦਾ। ਤੂੰ ਇਸ ਨਾਲ ਝੂਠਾ ਪਿਆਰ ਪਾਇਆ ਹੋਇਆ ਹੈ। ਹੇ ਭਾਈ, ਜ਼ਿੰਦਗੀ ਦੀ ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰੇ ਵਿੱਚ ਬੀਤਦੀ ਜਾ ਰਹੀ ਹੈ। ਗੁਰੂ ਦੀ ਸ਼ਰਨ ਪਾਓ ਤਾਂ ਕਿ ਤੇਰੇ ਅੰਦਰ ਪਰਮਾਤਮਾ ਦੇ ਨਾਮ ਦਾ ਪ੍ਰਕਾਸ਼ ਹੋ ਜਾਏ। ਨਾਨਕ ਆਖਦਾ ਹੈ ਕਿ ਹੇ ਪ੍ਰਾਣੀ, ਜ਼ਿੰਦਗੀ ਦੀ ਰਾਤ ਦੇ ਚੌਥੇ ਪਹਿਰ ਉਹ ਦਿਨ ਨੇੜੇ ਆ ਜਾਂਦਾ ਹੈ ਜਦੋਂ ਇੱਥੋਂ ਕੂਚ ਕਰਨਾ ਹੁੰਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹਰਨਾਮ ਦਾ ਵੰਜ ਕਰਨ ਆਏ ਹੇ ਜੀ ਮਿੱਤਰ, ਜਦੋਂ ਪਰਮਾਤਮਾ ਵੱਲੋਂ ਮੌਤ ਦਾ ਲਿਖਿਆ ਹੋਇਆ ਪਰਵਾਨਾ ਆਉਂਦਾ ਹੈ, ਤਦੋਂ ਇੱਥੇ ਕਮਾਏ ਹੋਏ ਚੰਗੇ ਮੰਦੇ ਕਰਮਾਂ ਦੇ ਸੰਸਕਾਰ ਜੀਵ ਆਤਮਾ ਦੇ ਨਾਲ ਤੁਰ ਪੈਂਦੇ ਹਨ। ਉਸ ਵੇਲੇ ਉਹਨਾਂ ਜਮਾਂ ਨੇ ਤਕੜੇ ਹੱਥ ਪਾਏ ਹੁੰਦੇ ਹਨ। ਹੇ ਵਣਜਾਰੇ ਮਿੱਤਰ, ਉਹ ਜਮ ਰਤਾ ਭਰ ਸਮੇਂ ਦੀ ਢਿੱਲ ਮੱਠ ਦੀ ਇਜਾਜ਼ਤ ਨਹੀਂ ਦਿੰਦੇ। ਜਦੋਂ ਪਰਮਾਤਮਾ ਵੱਲੋਂ ਮੌਤ ਦਾ ਲਿਖਿਆ ਹੋਇਆ ਹੁਕਮ ਆਉਂਦਾ ਹੈ, ਉਹ ਜਮ ਜੀਵ ਨੂੰ ਫੜ ਕੇ ਅੱਗੇ ਲਾ ਲੈਂਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਫਿਰ ਸਦਾ ਦੁਖੀ ਰਹਿੰਦੇ ਹਨ। ਜਿਨ੍ਹਾਂ ਨੇ ਪੂਰੇ ਗੁਰੂ ਦਾ ਆਸਰਾ ਲਈ ਰੱਖਿਆ, ਉਹ ਪਰਮਾਤਮਾ ਦੀ ਦਰਗਾਹ ਵਿੱਚ ਸਦਾ ਸੁਖਾਲੇ ਰਹਿੰਦੇ ਹਨ। ਹੇ ਵਣਜਾਰੇ ਮਿੱਤਰ, ਮਨੁੱਖਾ ਜੀਵਨ ਵਿੱਚ ਮਨੁੱਖ ਦਾ ਸਰੀਰ ਅਤੇ ਫਿਰ ਗੁਰੂ ਜੀ ਕਹਿੰਦੇ ਹਨ, ਹੇ ਵਣਜਾਰੇ ਮਿੱਤਰ, ਮਨੁੱਖਾ ਜੀਵਨ ਵਿੱਚ ਮਨੁੱਖ ਦਾ ਸਰੀਰ ਕਰਮ ਕਮਾਉਣ ਲਈ ਧਰਤੀ ਸਮਾਨ ਹੈ, ਜਿਸ ਵਿੱਚ ਉਹ ਜਿਹੋ ਜਿਹਾ ਕੋਈ ਬੀਜਦਾ ਹੈ ਉਹੀ ਖਾਂਦਾ ਹੈ। ਨਾਨਕ ਆਖਦਾ ਹੈ ਕਿ ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਪਰਮਾਤਮਾ ਦੇ ਦਰ 'ਤੇ ਸੋਭਾ ਪਾਉਂਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਆਵਾਗਮਨ ਦੇ ਗੇੜ ਵਿੱਚ ਪਏ ਰਹਿੰਦੇ ਹਨ। ਫਿਰ ਗੁਰੂ ਜੀ ਕਹਿੰਦੇ ਹਨ ਕਿ ਪਰਮਾਤਮਾ ਮਨੁੱਖ ਨੂੰ ਪੈਦਾ ਕਰਕੇ ਜੀਵਨ ਮਾਰਗ ਦੇ ਉੱਪਰ ਚਲਾਉਂਦਾ ਹੈ। ਇਸ ਮਾਰਗ ਵਿੱਚ ਪੈਣ ਵਾਲੀਆਂ 4 ਮੰਜ਼ਲਾਂ ਵਿੱਚ ਮਨੁੱਖ ਗੁਰੂ ਦੇ ਪ੍ਰਸੰਗ ਵਿੱਚ ਨਹੀਂ ਆਉਂਦਾ, ਭਾਵ ਗੁਰੂ ਸ਼ਬਦ ਤੋਂ ਸਿੱਖ ਲੈ ਕੇ ਗੁਰਮੁਖ ਜੀਵਨ ਬਤੀਤ ਨਹੀਂ ਕਰਦਾ ਅਤੇ ਨਾ ਹੀ ਹਰਨਾਮ ਦਾ ਸਿਮਰਨ ਕਰਦਾ ਹੈ ਅਤੇ ਨਾ ਹੀ ਆਪਣੇ ਜੀਵਨ ਮਨੋਰਥ ਵਿੱਚ ਸਫਲ ਹੁੰਦਾ ਹੈ। ਅਜਿਹਾ ਕਰਨ ਵਾਲੇ ਮਨੁੱਖ ਦੁਖੀ ਹੁੰਦੇ ਹਨ ਅਤੇ ਅੱਗੇ ਜਾ ਕੇ ਵੀ ਦੁੱਖ ਸਹਿੰਦੇ ਹਨ। ਪਰ ਜੋ ਗੁਰਮੁਖ ਸਤਸੰਗਤ ਵਿੱਚ ਗੁਰੂ ਦੇ ਸ਼ਬਦ ਦੀ ਸਿੱਖਿਆ ਅਨੁਸਾਰ ਨਾਮ ਸਿਮਰਨ ਕਰਦੇ ਹਨ ਅਤੇ ਗੁਰਮੁਖ ਜੀਵਨ ਬਤੀਤ ਕਰਦੇ ਹਨ, ਉਹ ਪਰਮਾਤਮਾ ਦੀ ਦਰਗਾਹ ਵਿੱਚ ਮਾਣ ਪ੍ਰਾਪਤ ਕਰਦੇ ਹਨ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।